हाँ जी, गुड मॉर्निंग प्यारे बच्चों। ਅੱਜ बेटा ਆਪਾਂ ਟਰਮ 2 ਦਾ ਤੁਹਾਡੀ ਬੁੱਕ ਦੇ ਵਿੱਚੋਂ 6th ਪਾਰਟ ਕਰਾਂਗੇ। ਇਹ ਤੋਂ ਪਹਿਲਾਂ ਤੁਹਾਡੇ ਟਰਮ 2 ਦੇ ਸਾਰੇ ਪਾਰਟ ਮੈਂ ਅਪਲੋਡ ਕਰ ਚੁੱਕੀ ਹਾਂ ਰਜੇ। ਮੇਰਾ ਨਾਮ ਤੁਹਾਨੂੰ ਸਭ ਨੂੰ ਪਤਾ ਹੈ ਕਿ ਮੇਰਾ ਨਾਮ ਸ਼ਿਲਪਾ ਬਾਂਸਲ ਹੈ। ਮੈਂ ਸਰਕਾਰੀ ਹਾਈ ਸਕੂਲ ਗੁਰੂ ਨਾਨਕਪੁਰਾ ਵਿਖੇ ਬਤੌਰ ਐਸਐਸਟੀ ਮਿਸਟ੍ਰੈਸ ਕੰਮ ਕਰ ਰਹੀ ਹਾਂ। ਇਹ ਵੀਡੀਓ ਮੈਂ ਤੁਹਾਡੀ ਹੈਲਪ ਦੇ ਲਈ ਪਾਈ ਹੈ ਤਾਂ ਕਿ ਤੁਸੀਂ ਪੇਪਰ ਦੇ ਦੌਰਾਨ ਇਹਨਾਂ ਚੈਪਟਰਸ ਤੋਂ ਸੁਣ ਸਕੋ ਕਿ ਇਹਨਾਂ ਚੈਪਟਰਸ ਦੇ ਵਿੱਚ ਕੀ ਚੀਜ਼ ਦਿੱਤੀ ਹੋਈ ਹੈ ਤੇ ਤੁਹਾਨੂੰ ਆਸਾਨੀ ਹੋ ਸਕੇ। ਕਿਸੇ ਵੀ ਟਾਈਮ ਤੇ ਤੁਸੀਂ ਇਹ ਮਹਿਸੂਸ ਨਾ ਕਰੋ ਕਿ ਟੀਚਰ ਤੁਹਾਡੇ ਕੋਲ ਨਹੀਂ ਹੈ। ਆਪਾਂ ਰੀਡ ਕਰਦੇ ਹਾਂ। ਸਾਡਾ ਭਾਰਤ ਇੱਕ ਉਪ ਮਹਾਦੀਪ ਹੈ। ਇਹ ਸਾਡੀ ਮਾਤ ਭੂਮੀ ਹੈ। ਸਾਡੇ ਦੇਸ਼ ਵਿੱਚ ਭੌਤਿਕ ਅਤੇ ਸੱਭਿਆਚਾਰਕ ਭਿੰਨਤਾ ਪਾਈ ਜਾਂਦੀ ਹੈ। ਇਹ ਉੱਚੇ ਪਰਬਤਾਂ ਅਤੇ ਲੰਬੇ ਵਿਸ਼ਾਲ ਦਰਿਆਵਾਂ ਦੀ ਧਰਤੀ ਹੈ। ਇੱਥੇ ਉਪਜਾਊ ਮੈਦਾਨ, ਵਿਸਤ੍ਰਿਤ ਪਠਾਰ ਜਿਨ੍ਹਾਂ ਵਿੱਚ ਕਈ ਪ੍ਰਕਾਰ ਦੇ ਖਣਿਜ ਪਦਾਰਥ ਸਮੇਟੇ ਹੋਏ ਹਨ। ਇਸ ਤੱਕ मतलब समझो। देखो, पहली गल इन्होंने उप महादीप की आप पहला भी पढ़िया कि भारत एक उप महादीप है। क्यों उप महादीप है ये तुसी आप दसोगे मैनू। उस तो बाद ਆਪਾਂ ਨੂੰ ਇਹ ਗੱਲ ਦੱਸੀ ਹੈ ਕਿ ਆਪਣੇ ਸੰਸਾਰ ਦੇ ਵਿੱਚ ਦੇਸ਼ ਦੇ ਵਿੱਚ ਬਹੁਤ ਤਰ੍ਹਾਂ ਦੇ ਡਿਫਰੈਂਸਸ ਤੋਂ ਮਤਲਬ ਹੈ ਵੇਰੀਏਸ਼ਨਸ, ਮਤਲਬ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ ਕਿ ਕਈ ਤਰ੍ਹਾਂ ਦੇ ਲੋਕ ਹੈ, ਗੋਰੇ, ਕਾਲੇ, ਉੱਚੇ, ਲੰਬੇ, ਕਿਸੇ ਵੀ ਜਾਤ ਦੇ, ਕਿਸੇ ਵੀ ਧਰਮ ਦੇ, ਦੇਖਣ ਚ ਵੀ ਮਤਲਬ ਭਿੰਨਤਾਵਾਂ ਆਪਣੇ ਖਾਣ ਪੀਣ ਚ ਵੀ, ਆਪਣੇ ਸੱਭਿਆਚਾਰ ਦੇ ਵਿੱਚ ਵੀ ਬਹੁਤ ਸਾਰੀਆਂ ਪਾਈਆਂ ਜਾਂਦੀਆਂ ਹਨ। ਇਹਨਾਂ ਦੇ ਨਾਲ ਆਪਾਂ ਜਿੱਥੇ ਰਹਿੰਦੇ ਆ, ਕੋਈ ਪਠਾਰ ਚ ਰਹਿੰਦਾ ਹੈ, ਮੈਦਾਨ ਚ ਰਹਿੰਦਾ ਹੈ, ਕੋਈ ਮੈਦਾਨੀ ਇਲਾਕਾ ਹੈ, ਕੋਈ ਪਹਾੜੀ ਇਲਾਕਾ ਹੈ, ਕਿਤੇ ਦਰਿਆਵਾਂ ਹਨ। ਇਹ ਸਾਰੀਆਂ ਭਿੰਨਤਾਵਾਂ ਆਪਾਂ ਨੂੰ ਭੂਗੋਲਿਕ ਰੂਪ ਦੇ ਵਿੱਚ ਵੀ ਦੇਖਣ ਨੂੰ ਮਿਲਦੀਆਂ ਹਨ। ਜ਼ਿਆਦਾਤਰ ਲੋਕ, ਜਿਵੇਂ ਆਪਾਂ ਇਹਦੇ ਵਿੱਚ ਤਾਂ ਨਹੀਂ ਇਹ ਚੀਜ਼ ਹਲੇ ਪੜਾਂਗੇ, ਪਰ ਜ਼ਿਆਦਾਤਰ ਲੋਕ ਮੈਦਾਨਾਂ ਵਿੱਚ ਰਹਿਣਾ ਪਸੰਦ ਕਰਦੇ ਹਨ ਕਿਉਂਕਿ ਉੱਥੇ ਆਪਾਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਮਿਲ ਜਾਂਦੀਆਂ ਹਨ। ਫਿਰ ਜਿੱਥੇ ਸਾਰੇ ਸਹੂਲਤਾਂ ਕਿਵੇਂ ਮਤਲਬ ਰੋਟੀ, ਕੱਪੜਾ, ਮਕਾਨ, ਹੈਲਥ ਮਤਲਬ ਸਿਹਤ ਜਾਂ ਸਿੱਖਿਆ ਦੇ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਜਿੱਥੇ ਆਪਾਂ ਨੂੰ ਮਿਲ ਜਾਣ, ਜਾਂ ਆਪਾਂ ਜਦੋਂ ਕੋਈ ਕੰਮ ਕਰਨਾ ਹੈ ਤਾਂ ਉਹ ਕੰਮ ਦੇ ਸੋਮੇ ਉੱਥੇ ਹੋਣ, ਉੱਥੇ ਆਪਾਂ ਜ਼ਿਆਦਾ ਰਹਿਣ ਦੀ ਨੂੰ ਪ੍ਰੈਫਰ ਕਰਾਂਗੇ। ਦੁਨੀਆ ਦੇ ਵੱਡੇ ਪਰਬਤ ਸਾਡੇ ਦੇਸ਼ ਵਿੱਚ ਭਾਰਤ ਦੇ ਕਈ ਹਿੱਸੇ ਤਾਂ ਬਿਲਕੁਲ ਸਮੁੰਦਰੀ ਸਤਹ ਨਾਲ ਮਿਲੇ ਹੋਏ ਹਨ। ਕੁਝ ਤਾਂ ਪਾਣੀ ਅੰਦਰ ਡੁੱਬੇ ਹਨ ਪਰ ਜਾਂ ਫਿਰ ਪਾਣੀ ਨਾਲ ਘਿਰੇ ਹੋਏ ਹਨ। ਹਿੰਦ ਜਾਂ ਭਾਰਤ ਸੰਸਾਰ ਦਾ ਖੇਤਰਫਲ ਪੱਖੋਂ 7ਵਾਂ ਵੱਡਾ ਦੇਸ਼ ਅਤੇ ਜਨਸੰਖਿਆ ਪੱਖੋਂ ਦੂਸਰਾ ਵੱਡਾ ਦੇਸ਼ ਹੈ। ਇਸ ਨੂੰ ਟਿਕ ਕਰ ਲਓ, ਤੁਹਾਨੂੰ 1 ਨੰਬਰ 'ਚ ਆਊਗਾ। ਫਿਰ ਆਪਾਂ ਦੇਖਣਾ ਕਿ ਆਪਣੇ ਭਾਰਤ ਦੀ ਸਥਿਤੀ ਕੀ ਹੈ। ਭਾਰਤ ਊਸ਼ਣਖੰਡੀ ਦੇਸ਼ ਹੈ ਕਿਉਂਕਿ ਕਰਕ ਰੇਖਾ ਲਗਭਗ ਇਸ ਦੇ ਐਨ ਵਿਚਕਾਰੋਂ ਲੰਘਦੀ ਹੈ। ਇਸ ਚੀਜ਼ ਨੂੰ ਤੁਸੀਂ ਗਲਤ ਨਹੀਂ ਕਰਨਾ। ਧਰਤੀ, ਇਹ ਕੋਈ ਲਾਈਨਾਂ ਸੱਚੀ ਨਹੀਂ ਖਿੱਚੀਆਂ ਹੋਈਆਂ ਧਰਤੀ ਤੇ। ਧਰਤੀ ਜਿੱਥੇ ਆਪਾਂ ਮੰਨਦੇ ਹਾਂ ਕਿ ਬਰਾਬਰ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ, ਉਹ ਭੂਮੱਧ ਰੇਖਾ ਹੈ। ਪਰ ਆਪਾਂ ਉੱਤਰੀ ਹਿੱਸੇ ਦੇ ਵਿੱਚ ਹੈ, ਮਤਲਬ ਭੂਮੱਧ ਰੇਖਾ ਜਿੱਥੇ ਹੈ, ਆਪਾਂ ਉੱਪਰਲੇ ਹਿੱਸੇ ਅਰਧ ਬਣ ਗਿਆ ਨਾ, ਅਰਧ ਗੋਲਾ ਬਣ ਗਿਆ, ਉੱਪਰਲੇ ਹਿੱਸੇ ਦੇ ਵਿੱਚ ਹੈ। ਉੱਪਰਲੇ ਹਿੱਸੇ ਵਿੱਚ ਕਰਕ ਰੇਖਾ ਜਿੱਥੇ ਬਣੀ ਹੋਈ ਹੈ, ਬਿਲਕੁਲ ਅੱਧ ਚ ਕਰਕ ਰੇਖਾ ਭਾਰਤ ਦੇ ਵਿੱਚੋਂ ਲੰਘਦੀ ਹੈ। ਠੀਕ ਹੈ ਜੀ। ਤੇ ਉੱਥੇ ਊਸ਼ਣਖੰਡੀ ਐਟਮੋਸਫੀਅਰ ਹੈ, ਵੈਦਰ ਕਹੇ ਜਾਏ ਊਸ਼ਣਖੰਡੀ। ਇਹ ਚੀਜ਼ ਜੋ ਮੈਂ ਤੁਹਾਨੂੰ ਦੱਸੀ ਹੈ ਇੱਥੇ ਅਗਲੀ ਲਾਈਨ 'ਚ ਇਹੀ ਦਿੱਤੀ ਹੋਈ ਹੈ। ਫਿਰ ਉੱਤਰੀ ਭਾਗ ਨੂੰ ਉਪ ਊਸ਼ਣਖੰਡੀ ਭਾਰਤ ਅਤੇ ਦੱਖਣੀ ਭਾਗ ਨੂੰ ਉੱਤਰ ਊਸ਼ਣਖੰਡੀ ਭਾਰਤ ਕਿਹਾ ਜਾਂਦਾ ਹੈ। ਅਗਲੀ ਲਾਈਨ ਟਿਕ ਕਰੋ। ਅਕਸ਼ਾਂਸ਼ ਤੇ ਦਸ਼ਾਂਤਰ ਤੁਹਾਨੂੰ ਦੱਸਿਆ ਸੀ ਕਿ ਜਦੋਂ ਆਪਾਂ ਇਹ ਸੋਚਦੇ ਹਾਂ ਕਿ ਸਿੱਧੀਆਂ ਲਾਈਨਾਂ ਤੇ ਲੇਟਵੀਆਂ ਲਾਈਨਾਂ ਜਾਂ ਸਿੱਧੀਆਂ ਲਾਈਨਾਂ ਜਦੋਂ ਲੱਗਦੀਆਂ ਹਨ, ਜਿੱਥੇ ਛੁੰਦੀਆਂ ਹਨ, ਇੱਕ ਦੂਜੇ ਨੂੰ ਕੱਟਦੀਆਂ ਹਨ, ਉੱਥੇ ਡਿਗਰੀਆਂ ਦੇ ਹਿਸਾਬ ਨਾਲ ਬਣਾਈਆਂ ਜਾਂਦੀਆਂ ਹਨ। ਡਿਗਰੀਆਂ ਦੇ ਹਿਸਾਬ ਨਾਲ ਆਪਾਂ ਦੇਖਦੇ ਹਾਂ ਕਿ ਉਹਨਾਂ ਦੀ ਦੂਰੀ ਕੀ ਹੈ, ਡਿਸਟੈਂਸ ਕੀ ਹੈ, ਕਿੱਥੇ ਜਗ੍ਹਾ ਕੀ ਚੀਜ਼ ਬਣੀ ਹੋਈ ਹੈ। ਆਪਾਂ ਮੈਪ ਦੇ ਵਿੱਚ ਵੀ ਉਹਨਾਂ ਅਕਸ਼ਾਂਸ਼ਾਂ ਤੇ ਦਸ਼ਾਂਤਰਾਂ ਦੀ ਹੈਲਪ ਦੇ ਨਾਲ ਕੋਈ ਏਰੀਆ ਲੱਭਦੇ ਹਾਂ। ਕਹਿੰਦੇ ਭਾਰਤ 8 ਡਿਗਰੀ 4 ਮਿੰਟ ਉੱਤਰ ਤੋਂ 37 ਡਿਗਰੀ 6 ਮਿੰਟ ਉੱਤਰ ਅਕਸ਼ਾਂਸ਼ ਤੱਕ ਫੈਲਿਆ ਹੋਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਉੱਤਰੀ ਅਰਧ ਗੋਲੇ ਵਿੱਚ ਸਥਿਤ ਹੈ। ਕੰਨਿਆ ਕੁਮਾਰੀ ਜੋ ਬਿਲਕੁਲ ਭਾਰਤ ਦੇ ਦੱਖਣ ਸਿਰੇ ਤੇ ਹੈ। ਇੰਦਰਾ ਪੁਆਇੰਟ ਜੋ ਅੰਡੇਮਾਨ ਐਂਡ ਨਿਕੋਬਾਰ ਦੀਪ ਸਮੂਹ ਵਿੱਚ ਸਥਿਤ ਹੈ, ਬਿਲਕੁਲ ਭਾਰਤ ਦੀ ਸਰਹੱਦ ਦਾ ਦੱਖਣੀ ਸਿਰਾ ਹੈ। ਇਸ ਤਰ੍ਹਾਂ ਲੇਹ ਲਦਾਖ ਭਾਰਤ ਦੀ ਉੱਤਰੀ ਸਰਹੱਦ ਬਣਾਉਂਦੇ ਹਨ। ਤੁਸੀਂ ਇਹ ਆਮ ਪੜਿਆ ਹੋਵੇਗਾ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਹੈ। ਕਸ਼ਮੀਰ ਤੋਂ ਕੰਨਿਆ ਕੁਮਾਰੀ ਸਾਡੇ ਦੇਸ਼ ਦਾ ਉੱਤਰ ਤੋਂ ਦੱਖਣ ਵੱਲ ਵਿਸਥਾਰ ਲਗਭਗ 32-14 ਕਿਲੋਮੀਟਰ ਹੈ। ਇਸ ਲਾਈਨ ਨੂੰ ਵੀ ਟਿਕ ਕਰਨਾ ਹੈ। ਇਹ ਸਾਰਾ ਆਪਾਂ ਹਲੇ ਉੱਤਰੀ ਹਿੱਸੇ ਦਾ ਥੋੜਾ ਜਿਹਾ ਹਿੱਸਾ ਕੀਤਾ ਹੈ।
ਇਹਦੇ ਨਾਲ ਵੀ ਆਪਾਂ ਨੂੰ ਕੀ ਚੀਜ਼ ਹੈ, ਜਿਵੇਂ ਆਪਾਂ ਉੱਤਰ ਤੋਂ ਦੱਖਣ 32 14 ਕਿਹਾ ਨਾ, ਤੇ ਆਪਾਂ ਪੂਰਬ ਤੋਂ ਪੱਛਮ ਵੀ ਕਵਾਂਗੇ, ਉਹ 29 33 ਹੁੰਦਾ, ਉਹ ਆਪਾਂ ਅੱਗੇ ਪੜਾਂਗੇ। ਆ ਦੇਖੋ ਨੈਕਸਟ ਪੈਰਾਗ੍ਰਾਫ ਦੇ ਵਿੱਚ ਹੀ ਲਿਖਿਆ ਹੋਇਆ ਹੈ ਕਿ ਭਾਰਤ ਦੀ ਦੇਸ਼ਾਂਤਰੀ ਸਥਿਤੀ ਜਾਂ ਇਸ ਦੀ ਚੌੜਾਈ 68 ਡਿਗਰੀ 7 ਮਿੰਟਸ ਪੂਰਬ ਤੋਂ ਲੈ ਕੇ 97 ਡਿਗਰੀ 25 ਮਿੰਟ ਪੂਰਬ ਹੈ। ਭਾਰਤ ਦੀ ਇਸ ਸਥਿਤੀ ਕਰਕੇ ਇਸ ਦੀ ਪੂਰਬੀ ਦੇਸ਼ ਆਖਿਆ ਜਾਂਦਾ ਹੈ। ਭਾਰਤ ਦੇ ਪੂਰਬ ਵਿੱਚ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਰਨ ਆਫ ਕੱਛ ਤੱਕ ਜਾਂ ਕੱਛ ਦੀ ਖਾੜੀ ਜਿਹਨੂੰ ਬੋਲਦੇ ਆ ਤੱਕ ਦੀ ਦੂਰੀ 29-33 ਕਿਲੋਮੀਟਰ ਹੈ। ਇਸੇ ਦੂਰੀ ਕਰਕੇ ਹੀ ਲਾਈਨ ਟਿਕ ਕਰੋ ਕੁਐਸਚਨ ਵੀ ਆਂਦਾ ਹੈ। ਜਦੋਂ ਕਿ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਚੜ ਜਾਂਦਾ ਹੈ ਉਦੋਂ ਗੁਜਰਾਤ ਦੇ ਵਿੱਚ ਅਜੇ ਰਾਤ ਦੇ 2 ਘੰਟੇ ਹੋਰ ਰਹਿੰਦੇ ਹਨ। ਹਾਲਾਂਕਿ ਭਾਰਤ ਦਾ ਪ੍ਰਮਾਣਿਕ ਸਮੇਂ ਮਤਲਬ ਜਿਹੜਾ ਸਟੈਂਡਰਡ ਟਾਈਮ ਹੈ IST ਮੁਤਾਬਕ ਦੋਹੇ ਥਾਈਂ ਸਮਾਂ ਉਹੀ ਹੁੰਦਾ ਹੈ। ਧਿਆਨ ਨਾਲ ਦੇਖੋ, ਇਹ ਚੀਜ਼ ਤੁਹਾਨੂੰ ਪ੍ਰਸ਼ਨ ਪੁੱਛਿਆ ਜਾਊਗਾ ਕਿ ਅਰੁਣਾਚਲ ਪ੍ਰਦੇਸ਼ ਤੇ ਗੁਜਰਾਤ ਦੇ ਵਿੱਚ 2 ਘੰਟਿਆਂ ਦਾ ਫਰਕ ਕਿਉਂ ਹੈ। ਕਹਿੰਦੇ ਕਿ ਚਾਹੇ ਸਟੈਂਡਰਡ ਟਾਈਮ ਜਾਂ IST ਇੰਟਰਨੈਸ਼ਨਲ ਸਟੈਂਡਰਡ ਟਾਈਮ ਜਿਹੜਾ ਗ੍ਰੀਨਵਿਚ ਦੇ ਕਰਕੇ ਬਣਿਆ ਹੋਇਆ, ਜਿਹੜਾ ਆਪਣਾ ਇਲਾਹਾਬਾਦ ਦੇ ਵਿੱਚੋਂ ਲਖਨਊ ਦੇ ਵਿੱਚੋਂ ਡੰਡੀ ਨਿਕਲਦੀ ਹੈ 82.5 ਡਿਗਰੀ ਤੇ, ਆਪਾਂ ਨੇ ਪਹਿਲੇ ਪਾਰਟ ਦੇ ਵਿੱਚ ਹੀ ਕਰਵਾਇਆ ਸੀ, ਉਹ ਤਾਂ ਸਮਾਂ ਤਾਂ ਸੇਮ ਹੈ, ਪਰ ਫਿਰ ਫਰਕ ਕੀ ਹੈ? ਫਰਕ ਹੈ ਕਿ ਆਪਣੀ ਜਿਹੜੀ ਦੂਰੀ ਹੈ ਪੂਰਬ ਤੋਂ ਪੱਛਮ ਤੱਕ ਦੀ ਦੂਰੀ ਹੈ 29-33 ਕਿਲੋਮੀਟਰ ਹੈ, ਤੇ ਉਹਦੇ ਕਰਕੇ ਇਸ 2 ਘੰਟਿਆਂ ਦਾ ਫਰਕ ਪੈਂਦਾ ਹੈ। ਇਹ ਤੁਸੀਂ ਪੱਕਾ ਯਾਦ ਕਰਨਾ ਹੈ, ਪੇਪਰ 'ਚ ਆਉਂਦਾ ਹੁੰਦਾ ਹੈ। ਅਗਲਾ ਆਪਾਂ ਜਿਹੜੀ ਤੁਹਾਨੂੰ ਮੈਂ ਸਭ ਤੋਂ ਪਹਿਲੀ ਲਾਈਨ ਦੱਸੀ ਸੀ ਕਿ ਭਾਰਤ ਉਪ ਮਹਾਦੀਪ ਕਿਉਂ ਹੈ। ਉਪ ਮਹਾਦੀਪ ਇਸ ਕਰਕੇ ਹੈ ਬੇਟੇ ਕਿਉਂਕਿ ਇਹ 3 ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ ਹੋਇਆ ਹੈ। ਵੈਸੇ ਤਾਂ ਤੁਹਾਨੂੰ ਇੱਕ ਚੀਜ਼ ਦੱਸਾਂ ਕਿ ਜਿਹੜੀ ਚੀਜ਼ 3 ਪਾਸਿਆਂ ਤੋਂ ਘਿਰੀ ਹੁੰਦੀ ਹੈ ਉਹਨੂੰ ਪੈਨਿਨਸੂਲਾ ਕਹਿੰਦੇ ਆ, ਜਿਹੜੀ ਚੀਜ਼ ਚਾਰੋਂ ਪਾਸਿਓਂ ਘਿਰੀ ਹੁੰਦੀ ਹੈ ਪਾਣੀ ਦੇ ਨਾਲ ਉਹਨੂੰ ਆਈਲੈਂਡ ਬੋਲਦੇ ਆ। ਠੀਕ ਹੈ, ਇਹਦੇ ਪੰਜਾਬੀ ਦੇ ਸ਼ਬਦ ਵੀ ਆਪਾਂ ਇਹਦੇ ਚ ਪੜਾਂਗੇ। ਕਹਿੰਦੇ ਭਾਰਤ ਦੇ ਅਕਸ਼ਾਂਸ਼ ਤੇ ਦੇਸ਼ਾਂਤਰ ਦੇ ਜ਼ਿਆਦਾ ਵਿਸਥਾਰ ਕਰਕੇ ਇਸ ਨੂੰ ਉਪ ਮਹਾਦੀਪ ਆਖਦੇ ਹਨ। ਇਸ ਲਾਈਨ ਨੂੰ ਟਿਕ ਕਰ ਲਓ। ਉਪ ਮਹਾਦੀਪ ਇੱਕ ਵੱਡੇ ਧਰਤ ਭਾਗ ਅਤੇ ਸੁਤੰਤਰ ਖੇਤਰ ਨੂੰ ਆਖਦੇ ਹਨ ਜਿਹੜਾ ਸੰਸਾਰ ਦੇ ਬਾਕੀ ਦੇਸ਼ਾਂ ਨਾਲੋਂ ਅਲੱਗ ਦਿਖਾਈ ਦਿੰਦਾ ਹੈ। ਭਾਰਤ ਹੁਣ ਅਲੱਗ ਦਿਖਾਈ ਆਪੇ ਦਊਗਾ ਜਦੋਂ ਚਾਰੇ ਪਾਸੇ ਪਾਣੀ ਹੋਊਗਾ, ਜਿਹੜਾ ਲੈਂਡ ਵਾਲਾ ਹਿੱਸਾ ਹੋਊਗਾ, ਧਰਤੀ ਹੋਊਗੀ, ਉਹ ਆਪਣਾ ਭਾਰਤ ਹੈ ਸਾਰਾ, ਤੇ ਉਹ ਅਲੱਗ ਆਪੇ ਹੀ ਲੱਗ ਰਿਹਾ, ਬਿਲਕੁਲ ਅਲੱਗ ਦਿਖ ਰਿਹਾ ਮੈਪ ਦੇ ਵਿੱਚ, ਇਸ ਕਰਕੇ ਉਪ ਮਹਾਦੀਪ ਹੈ। ਭਾਰਤ ਏਸ਼ੀਆ ਦੇ ਦੱਖਣੀ ਹਿੱਸੇ ਵਿੱਚ ਸਥਿਤ ਹੈ। ਇਹ ਲਾਈਨ ਵੀ ਟਿਕ ਕਰ ਲਓ। ਇਸ ਨੂੰ ਪ੍ਰਾਇਦੀਪੀ ਭਾਰਤ ਵੀ ਆਖਦੇ ਹਨ ਕਿਉਂਕਿ ਇਹ 3 ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ। ਭਾਰਤ ਹਿੰਦ ਮਹਾਸਾਗਰ ਦੇ ਉੱਪਰਲੇ ਸਿਰੇ ਤੇ ਹੈ। ਅਰਬ ਸਾਗਰ ਭਾਰਤ ਦੇ ਪੱਛਮ ਵਿੱਚ ਤੇ ਬੰਗਾਲ ਦੀ ਖਾੜੀ ਪੂਰਬ ਵਿੱਚ ਹੈ। ਇਸ ਲਾਈਨ ਨੂੰ ਵੀ ਟਿਕ ਕਰੋ। ਭਾਰਤ ਦੀ ਮੁੱਖ ਧਰਤੀ ਦੀ ਤੱਟ ਰੇਖਾ ਲਗਭਗ 800 ਕਿਲੋਮੀਟਰ ਹੈ। ਅੱਗੇ ਸਾਰਾ ਇੰਪੋਰਟੈਂਟ ਹੈ ਬੇਟੇ, ਸਾਰੀ ਇਹ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਰੱਟੀਆਂ ਹੋਣੀਆਂ ਚਾਹੀਦੀਆਂ ਜਮਾਂ, ਠੀਕ ਹੈ, ਬਾय ਹਾਰਟ ਹੋਣੀਆਂ ਚਾਹੀਦੀਆਂ। ਗੁਆਂਢੀ ਦੇਸ਼ ਭਾਰਤ ਦੀ 7 ਦੇਸ਼ਾਂ ਵਿੱਚ ਸਾਂਝੀ ਸਰਹੱਦ ਹੈ। ਪਾਕਿਸਤਾਨ, ਅਫਗਾਨਿਸਤਾਨ, ਚੀਨ ਅਤੇ ਨੇਪਾਲ ਉੱਤਰ ਪੱਛਮ ਅਤੇ ਉੱਤਰ ਵਿੱਚ ਹਨ। ਭੂਟਾਨ, ਮਿਆਂਮਾਰ ਜਿਹਨੂੰ ਆਪਾਂ ਬਰਮਾ ਕਹਿੰਦੇ ਆ, ਬੰਗਲਾਦੇਸ਼ ਉੱਤਰੀ ਪੂਰਬ ਸਰਹੱਦ ਵੱਲ ਹਨ। ਸ਼੍ਰੀਲੰਕਾ ਤੇ ਮਾਲਦੀਵ 2 ਨੇੜਲੇ ਗੁਆਂਢੀ ਦੀਪ ਹਨ ਜਿਹੜੇ ਸਾਡੇ ਦੇਸ਼ ਦੇ ਦੱਖਣ ਵੱਲ ਨੂੰ ਸਥਿਤ ਹਨ। ਸ਼੍ਰੀਲੰਕਾ ਪਾਕ ਜਲ ਸੰਧੀ ਅਤੇ ਮਨਾਰ ਦੀ ਖਾੜੀ ਦੁਆਰਾ ਭਾਰਤ ਨਾਲੋਂ ਅਲੱਗ ਹੁੰਦਾ ਹੈ। ਰਾਜਨੀਤਿਕ ਢਾਂਚਾ ਆਪਾਂ ਪਹਿਲਾਂ ਵੀ ਪੜਿਆ ਇਹ ਚੀਜ਼, 28 ਰਾਜ ਤੇ 8 ਕੇਂਦਰੀ ਸ਼ਾਸਤ ਪ੍ਰਦੇਸ਼ ਹਨ। ਤੁਹਾਡਾ ਕੱਲ ਦਾ ਕੰਮ ਤੁਹਾਨੂੰ ਵੈਸੇ ਮੈਂ ਚੈਪਟਰ ਦਿੱਤਾ ਹੈ, ਪਰ ਤੁਹਾਨੂੰ ਇਹ ਚੀਜ਼ ਦਾ ਧਿਆਨ ਹੋਣਾ ਚਾਹੀਦਾ ਹੈ ਕਿ ਤੁਸੀਂ ਕੱਲ ਕੀ ਕਰਕੇ ਆਣਾ ਹੈ। 28 ਰਾਜ ਤੇ 8 ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਨਾਮ ਤੁਹਾਨੂੰ ਆਣੇ ਚਾਹੀਦੇ, ਜੋ ਆਪਾਂ ਪਹਿਲਾਂ ਵੀ ਉਹਨਾਂ ਦੀ ਤਿਆਰੀ ਕੀਤੀ ਹੈ, ਨਕਸ਼ੇ ਵੀ ਭਰੇ ਹੈ। ਭਾਰਤ ਦਾ ਪ੍ਰਸ਼ਾਸਨ ਵਧੀਆ ਢੰਗ ਨਾਲ ਚਲਾਉਣ ਲਈ ਇਸ ਨੂੰ 28 ਰਾਜਾਂ ਤੇ 8 ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਹੈ। ਰਾਜਸਥਾਨ ਸਭ ਤੋਂ ਵੱਡਾ ਰਾਜ ਹੈ, ਲਾਈਨ ਟਿਕ ਕਰੋ। ਗੋਆ ਸਭ ਤੋਂ ਛੋਟਾ ਰਾਜ ਹੈ। ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਲਦਾਖ ਸਭ ਤੋਂ ਵੱਡਾ ਅਤੇ ਲਕਸ਼ਦੀਪ ਖੇਤਰਫਲ ਪੱਖੋਂ ਸਭ ਤੋਂ ਛੋਟਾ ਹੈ। ਇਹ ਪ੍ਰਸ਼ਨ ਜ਼ਰੂਰ ਪਾਏ ਜਾਣਗੇ ਤੁਹਾਨੂੰ ਪੇਪਰ ਦੇ ਵਿੱਚ। ਉਸ ਤੋਂ ਬਾਅਦ ਦੇਖੋ ਤੁਹਾਨੂੰ ਇੱਕ ਟੇਬਲ ਦਿੱਤਾ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਇੱਕ ਰਾਜ, ਉਹਦੀ ਰਾਜਧਾਨੀ, ਫਿਰ ਉਹਦਾ ਖੇਤਰਫਲ ਤੇ ਕੁੱਲ ਜਨਸੰਖਿਆ। ਤੁਸੀਂ ਕੀ ਯਾਦ ਕਰਕੇ ਆਣਾ ਹੈ? ਰਾਜ ਤੇ ਰਾਜਧਾਨੀਆਂ ਯਾਦ ਕਰਕੇ ਆਣੀ ਹੈ। ਅਗਲੇ ਦਿਨ ਆਪਾਂ ਇਸ ਨਕਸ਼ੇ ਨੂੰ ਭਰਾਂਗੇ ਕਿ ਇਹ ਨਕਸ਼ਾ ਕਿਹੜੇ 28 ਰਾਜ ਭਰਨੇ ਆ ਪਹਿਲੇ ਦਿਨ, ਦੂਜੇ ਦਿਨ 8 ਕੇਂਦਰੀ ਸ਼ਾਸਤ ਪ੍ਰਦੇਸ਼ ਭਰਾਂਗੇ। ਇਹ ਆਪਾਂ ਕਰ ਚੁੱਕੇ ਹਾਂ ਆਲਰੇਡੀ, ਤਾਂ ਕਰਕੇ ਹੁਣ ਇਸ ਹਫਤੇ ਦੇ ਵਿੱਚ ਤੁਹਾਨੂੰ ਇਹਦੇ ਟੈਸਟ ਦੇਣੇ ਪੈਣਗੇ। ਠੀਕ ਹੈ ਜੀ, ਟੈਸਟ ਦੇਣੇ ਹੋਣਗੇ। ਅੱਗੇ ਹੈ ਭੌਤਿਕ ਵੰਡ। ਭੌਤਿਕ ਵੰਡ ਦੇਖੋ, ਆ ਹੈ ਆਪਣਾ ਭੌਤਿਕ ਨਕਸ਼ਾ। ਤੁਹਾਨੂੰ ਮੈਂ ਉੱਪਰੋਂ ਦੱਸਦੀ ਹਾਂ। ਆ ਸਾਰਾ ਹੁੰਦਾ ਹਿਮਾਲਿਆ, ਆ ਹੁੰਦਾ ਇੰਡੋ ਗੰਜੈਟਿਕ ਪਲੇਨ ਜਾਂ ਗੰਗਾ ਦਾ ਮੈਦਾਨ।
ਇੱਥੇ ਹੁੰਦਾ ਹੈ ਮਾਰੂਥਲ। ਫਿਰ ਇਹ ਹੁੰਦੇ ਆ ਪਠਾਰ, ਆ ਸਾਰਾ ਹਿੱਸਾ ਪਠਾਰ ਹੈ, ਦੱਖਣੀ ਪਠਾਰ ਹੈ। ਆ ਹੁੰਦੇ ਆ ਘਾਟ, ਪੱਛਮੀ ਘਾਟ, ਤੇ ਆ ਹੁੰਦਾ ਪੂਰਬੀ ਘਾਟ। ਠੀਕ ਹੈ ਜੀ। ਇਹ ਆਪਣੀ ਉੱਪਰੋਂ ਦੀ ਇੱਕ ਰਹਿ ਗਿਆ ਦੀਪ ਸਮੂਹ। ਇੱਧਰ ਹੈ ਲਕਸ਼ਦੀਪ, ਇੱਧਰ ਹੈ ਅੰਡੇਮਾਨ ਐਂਡ ਨਿਕੋਬਾਰ, ਤੇ ਨੀਚੇ ਹੈ ਆਪਣਾ ਹਿੰਦ ਮਹਾਸਾਗਰ। ਇਹਨਾਂ ਚੀਜ਼ਾਂ ਬਾਰੇ ਹੀ ਹੁਣ ਆਪਾਂ ਇਹਦੇ ਵਿੱਚ ਰੀਡ ਕਰਨਾ ਹੈ। ਭੌਤਿਕ ਦ੍ਰਿਸ਼ਟੀ ਤੋਂ ਭਾਰਤ ਨੂੰ ਹੇਠ ਲਿਖੇ ਭੂਖੰਡਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹੈ ਉੱਤਰ ਦੇ ਵਿਸਤ੍ਰਿਤ ਪਰਬਤ। ਉੱਤਰ ਦੇ ਵਿਸਤ੍ਰਿਤ ਪਰਬਤ ਕੈਰਾਕੋਰਮ ਪਰਬਤਮਾਲਾ ਦੇਸ਼ ਦੀ ਉੱਤਰੀ ਸੀਮਾ ਬਣਾਉਂਦੀ ਹੈ। K2 ਮਤਲਬ ਗੋਡਵਿਨ ਆਸਟਿਨ, ਤੁਸੀਂ ਦੇਖ ਸਕਦੇ ਹੋ ਆ ਸੀ K2। ਇਹ ਕੀ ਹੈ ਰਜੇ? ਇਹ ਸੰਸਾਰ ਦੀ ਦੂਜੀ ਵੱਡੀ ਚੋਟੀ ਹੈ, ਇਸੇ ਪਰਬਤਮਾਲਾ ਨਾਲ ਸੰਬੰਧਿਤ ਹੈ। ਸਾਈਚਨ ਤੇ ਬਲਟਾਰੋ ਵੱਡੇ ਬਰਫ਼ ਤੋਦੇ ਇਸ ਖੇਤਰ ਵਿੱਚ ਹਨ। ਅੱਗੇ ਹਿਮਾਲਾ ਪਰਬਤਮਾਲਾ ਜਿਹੜੀ ਕਿ ਦੇਸ਼ ਦੀ ਉੱਤਰ ਵਿੱਚ ਪੱਛਮ ਤੋਂ ਪੂਰਬ ਤੱਕ ਫੈਲੀ ਹੋਈ ਹੈ। ਇਸ ਪਰਬਤਮਾਲਾ ਵਿੱਚ 6000 ਮੀਟਰ ਤੋਂ ਉੱਚੇ ਪਰਬਤ ਹਨ। ਇਹ ਵਲਨ ਪਰਬਤਾਂ ਦੇ ਬਣੇ ਹੋਏ ਹਨ। ਲਾਈਨ ਟਿਕ ਕਰੋ। ਇਹ ਪਰਬਤ ਇੱਕ ਕਮਾਨ ਦੀ ਤਰ੍ਹਾਂ ਹਨ। ਦੇਖੋ ਇੱਕ ਇੰਚ ਕਮਾਨ ਬਣਾਉਂਦਾ ਹੈ, ਇਹ ਕਮਾਨ ਦੀ ਤਰ੍ਹਾਂ ਹਨ। ਇਹਨਾਂ ਦੇ ਪੱਛਮ ਵਿੱਚ ਕਸ਼ਮੀਰ ਅਤੇ ਪੂਰਬ ਵਿੱਚ ਅਸਾਮ ਹਨ। ਇਹਦੇ ਇੱਧਰ ਕਸ਼ਮੀਰ, ਇੱਥੇ ਅਸਾਮ ਹੈ। ਇਸ ਪਰਬਤਮਾਲਾ ਵਿੱਚ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਹੈ, ਪਰ ਉਹ ਨੇਪਾਲ ਦੇ ਵਿੱਚ ਹੈ, ਭਾਰਤ ਦੇ ਵਿੱਚ ਨਹੀਂ। ਤਾਂ ਕਰਕੇ ਆਪਣੀ ਜਿਹੜੀ ਭਾਰਤ ਦੀ ਚੋਟੀ ਹੈ ਉਹ K2 ਹੈ, ਜਿਹਨੂੰ ਗੋਡਵਿਨ ਆਸਟਿਨ ਵੀ ਕਹਿੰਦੇ ਆ। ਇਹਨੂੰ ਤੁਸੀਂ ਯਾਦ ਰੱਖਣਾ, ਦੂਜੀ ਲਾਈਨ 'ਚ ਦਿੱਤਾ ਸੀ। ਕੰਚਨਜੰਗਾ ਵੀ ਤੁਸੀਂ ਧਿਆਨ ਰੱਖਣਾ ਹੈ, 85-98 ਮੀਟਰ ਭਾਰਤ ਦੇ ਵਿੱਚ ਹੈ, ਸਿੱਕਿਮ ਦੇ ਵਿੱਚ। ਗੰਗੋਤਰੀ ਜਮਨੋਤਰੀ ਗਲੇਸ਼ੀਅਰ ਜਿਨ੍ਹਾਂ ਦੀ ਤੋਂ ਕ੍ਰਮਵਾਰ ਗੰਗਾ ਤੇ ਯਮੁਨਾ ਉਤਪੰਨ ਹੋਈਆਂ ਹਨ, ਮਤਲਬ ਗੰਗੋਤਰੀ ਤੋਂ ਗੰਗਾ, ਜਮਨੋਤਰੀ ਤੋਂ ਜਮਨਾ ਉਤਪੰਨ ਹੋਈਆਂ ਹਨ, ਉਹ ਵੀ ਇਸ ਪਰਬਤਮਾਲਾ ਵਿੱਚ ਸਥਿਤ ਹਨ। ਇਸ ਤਰ੍ਹਾਂ ਆਪਾਂ ਕਿੰਨੀਆਂ ਹੁਣ 4-5 ਪੜ੍ਹ ਲੀਆਂ। ਇਹਨਾਂ ਨੂੰ ਤੁਸੀਂ ਨਕਸ਼ੇ ਤੇ ਵੀ ਬਣਾਉਣੀ ਸਿੱਖਣੀਆਂ ਹਨ, ਜ਼ਰੂਰੀ ਹੈ, ਇਹ ਬਹੁਤ ਆਣਗੀਆਂ ਵੀ। ਹਿਮਾਲਿਆ ਦੀ ਦੂਸਰੀ ਪਰਬਤ ਲੜੀ ਜਿਹੜੀ ਉੱਚੇ ਪਰਬਤਾਂ ਨਾਲ ਬਣੀ ਹੈ, ਇਸ ਵਿੱਚ ਡਲਹੌਜ਼ੀ, ਧਰਮਸ਼ਾਲਾ, ਸ਼ਿਮਲਾ, ਮਸੂਰੀ, ਨੈਨੀਤਾਲ ਤੇ ਦਾਰਜਲਿੰਗ ਹਨ। ਤੀਸਰੀ ਪਰਬਤ ਸ਼੍ਰੇਣੀ ਜੋ ਕਿ ਹਿਮਾਲਿਆ ਪਰਬਤ ਦੇ ਧੁਰ ਦੱਖਣੀ ਹਿੱਸੇ ਵਿੱਚ ਹੈ, ਜਿਹਨੂੰ ਸ਼ਿਵਾਲਿਕ ਵੀ ਕਹਿੰਦੇ ਆ। ਇਹ ਪਰਬਤ ਲੜੀ ਮਿੱਟੀ, ਰੇਤ, ਬਜਰੀ, ਰੋੜਿਆਂ, ਨਰਮ ਚੱਟਾਨ ਦੀ ਬਣੀ ਹੈ। ਇੱਥੇ ਭੂਚਾਲ ਅਤੇ ਭੂ ਖਿਸਕਣ ਆਦਿ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਵਿੱਚ ਤੰਗ ਘਾਟੀਆਂ ਪਾਈਆਂ ਜਾਂਦੀਆਂ ਹਨ। ਇਸ ਨੂੰ ਦੂਨ ਆਖਦੇ ਹਨ, ਜਿਵੇਂ ਕਿ ਦੇਹਰਾਦੂਨ। ਹੁਣ ਇਹ ਤਿੰਨ ਦੇਖੋ ਲੜੀਆਂ ਕੀਤੀਆਂ। ਤੁਸੀਂ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਕਿ ਲੜੀਆਂ ਕੀ ਹੈ। ਦੇਖੋ ਰਾਜੇ, ਇਹ ਜਿਹੜੇ ਹਿਮਾਲਿਆ ਬਣੇ ਹੈ, ਇਹ ਤਿੰਨ ਲੜੀਆਂ ਇੰਜ ਬਣੀਆਂ ਵੀ ਹੈ। ਪਹਿਲੀ, ਦੂਜੀ, ਜਿਹਨੂੰ ਅਪਰ ਹਿਮਾਲਿਆ, ਮਿਡਲ ਹਿਮਾਲਿਆ ਤੇ ਲੋਅਰ ਹਿਮਾਲਿਆ ਵੀ ਕਹਿੰਦੇ ਹਨ। ਲੋਅਰ ਨੂੰ ਸ਼ਿਵਾਲਿਕ ਵੀ ਕਹਿੰਦੇ ਹਨ। ਇਹ ਤਿੰਨ ਲੜੀਆਂ ਬਾਰੇ ਆਪਾਂ ਹੁਣ ਇਹਦੇ ਵਿੱਚ ਪੜ੍ਹ ਕੇ ਹਟੇ ਹਾਂ। ਨੈਕਸਟ ਦੇਖੋ ਇਹਦੇ ਵਿੱਚ ਆਪਾਂ ਪਰਬਤ ਲੜੀ ਕਰ ਲਈ, ਜਿਵੇਂ ਲਾਈਨ ਮਾਰੀ। ਉਸ ਤੋਂ ਬਾਅਦ ਆ ਚੋਟੀਆਂ ਮਤਲਬ ਗੋਡਵਿਨ ਆਸਟਿਨ, ਤੁਸੀਂ ਇਹਨੂੰ ਟਿਕ ਵੀ ਕਰ ਸਕਦੇ ਹੋ। ਗੋਡਵਿਨ ਆਸਟਿਨ ਕੀਤੀ ਹੈ। ਆ ਤੁਹਾਡਾ ਮਾਊਂਟ ਐਵਰੈਸਟ, ਆ ਕੰਚਨਜੰਗਾ। ਇਹ ਤਿੰਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਉਸ ਤੋਂ ਬਾਅਦ ਇੱਕ ਚੀਜ਼ ਹੋਰ ਤੁਹਾਨੂੰ ਦਿੱਤੀ ਹੈ, ਇੱਥੇ ਦर्रे ਬਣੇ ਹੋਏ ਆ, ਤੁਸੀਂ ਦੇਖ ਸਕਦੇ ਹੋਗੇ। ਸ਼ਿਪਕੀਲਾ, ਚੰਗਲਾ, ਖੇਬਰ, ਟੋਚੀ, ਬੁਲਾਨ, ਇਹ ਵੀ ਪੜਾਂਗੇ ਆਪਾਂ। ਸੀ ਖੇਬਰ, ਬੁਲਾਨ, ਹਿੰਦੂकुश इंपॉर्टेंट है, पामीर नॉट इंपॉर्टेंट है। ये सारे ਆਪਾਂ करने हैं। ठीक है जी, नक्शा भरना है। नैक्सट ਆਪਾਂ ਹੁਣ ਗੱਲ ਕਰਦੇ हैं उत्तरी मैदाना बारे। ਇਹ ਦਰਿਆਵਾਂ ਦੁਆਰਾ ਲਿਆਂਦੀ ਮਿੱਟੀ ਨਾਲ ਬਣੇ ਹਨ, मतलब बहुत उपजाऊ ਹੁੰਦੇ ਹਨ। ਜਿਹੜੀ ਦਰਿਆਵਾਂ ਨਾਲ ਮਿੱਟੀ ਆਊਗੀ ਉਹ ਬਹੁਤ ਉਪਜਾਊ ਹੋਊਗੀ, ਜਲੋੜੀ ਮਿੱਟੀ ਹੋਊਗੀ। ਇਹ ਲਗਭਗ 2500 ਕਿਲੋਮੀਟਰ ਲੰਬਾਈ ਵਿੱਚ ਪੱਛਮ ਤੋਂ ਪੂਰਬ ਵੱਲ ਫੈਲੇ ਹੋਏ ਹਨ। ਅਸਲ ਵਿੱਚ ਇਹ ਸੰਸਾਰ ਦਾ ਦਰਿਆਵਾਂ ਦੁਆਰਾ ਲਿਆਂਦੀ ਮਿੱਟੀ ਦੁਆਰਾ ਬਣਿਆ ਸਭ ਤੋਂ ਵਿਸ਼ਾਲ ਮੈਦਾਨ ਹੈ। ਭਾਰਤ ਦਾ ਉੱਤਰੀ ਵਿਸ਼ਾਲ ਮੈਦਾਨ ਕਈ ਦਰਿਆਈ ਮੈਦਾਨਾਂ ਦਾ ਬਣਿਆ ਹੋਇਆ ਹੈ, ਜੋ ਹੇਠ ਲਿਖੇ ਅਨੁਸਾਰ ਹਨ। ਪੰਜਾਬ ਹਰਿਆਣਾ ਦਾ ਮੈਦਾਨ, ਥਾਰ ਮਾਰੂਥਲ ਦਾ ਮੈਦਾਨ, ਗੰਗਾ ਦਾ ਮੈਦਾਨ, ਬ੍ਰਹਮਪੁੱਤਰਾ ਦਾ ਮੈਦਾਨ। देखो ਇਹਦੇ ਚ ਕੀ ਕਿਹੜੇ ਏਰੀਆ ਹੈ। ਪੰਜਾਬ ਹਰਿਆਣਾ ਦਾ ਮੈਦਾਨ, ਸੈਕਿੰਡ ਥਾਰ ਮਾਰੂਥਲ ਦਾ ਮੈਦਾਨ, ਫਿਰ ਗੰਗਾ ਦਾ ਮੈਦਾਨ, ਉਧਰ ਜਾ ਕੇ ਬ੍ਰਹਮਪੁੱਤਰਾ ਦਾ ਮੈਦਾਨ, ਕਿਉਂਕਿ ਇੱਥੋਂ ਬ੍ਰਹਮਪੁੱਤਰਾ ਰਿਵਰ ਨਿਕਲਦੀ ਹੈ। ਠੀਕ ਹੈ ਜੀ। ਫਿਰ ਹੈ ਇਹ ਸਤਲੁਜ। ਹੁਣ ਆਪਾਂ ਪੜਾਂਗੇ ਪੰਜਾਬ ਹਰਿਆਣਾ ਦੇ ਮੈਦਾਨ। ਇਹ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਨਿਖੇਪਨ ਕਰਕੇ ਬਣੇ ਹਨ। ਇਹ ਇਕਸਾਰ ਅਤੇ ਪੱਧਰੀ ਮੈਦਾਨ ਸਿੰਧ ਅਤੇ ਇਸ ਦੀਆਂ ਸਹਾਇਕ ਨਦੀਆਂ ਦੁਆਰਾ ਬਣਾਏ ਗਏ ਹਨ। 1947 ਵਿੱਚ ਭਾਰਤ ਪਾਕਿਸਤਾਨ ਬਣਨ ਕਰਕੇ ਇਸ ਦਾ ਵਧੇਰੇ ਭਾਗ ਪਾਕਿਸਤਾਨ ਵਿੱਚ ਚਲਾ ਗਿਆ ਹੈ। ਦੂਸਰੇ
ਪਾਸੇ ਕਾਫੀ ਸਮਾਂ ਪਹਿਲਾਂ ਦਿੱਲੀ ਦੇ ਨੇੜਲੀ ਧਰਤੀ ਦੇ ਉੱਚਾ ਉੱਠ ਜਾਣ ਕਾਰਨ ਜਦੋਂ ਜਮੁਨਾ ਦਰਿਆ ਪੂਰਬ ਵੱਲ ਵਹਿਣਾ ਸ਼ੁਰੂ ਹੋ ਗਿਆ ਤਾਂ ਇਸ ਦੇ ਦੁਆਲੇ ਦਾ ਖੇਤਰ ਗੰਗਾ ਜਲ ਪ੍ਰਵਾਹ ਅਤੇ ਸਿੰਧ ਜਲ ਪ੍ਰਵਾਹ ਵਿੱਚ ਪਾਣੀ ਵਿਭਾਜਕ ਖੇਤਰ ਵਜੋਂ ਕੰਮ ਕਰਨ ਲੱਗ ਪਿਆ। ਇਹਦਾ ਮਤਲਬ ਇਹ ਹੈ ਵਿਭਾਜਕ ਹੁੰਦਾ ਹੈ ਕਿ ਪਾਣੀ ਦੋ ਪਾਸੇ ਵੰਡਿਆ ਜਾਣ ਲੱਗ ਪਿਆ। ਇਹਨਾਂ ਦਰਿਆਵਾਂ ਦੀ ਹੱਦਾਂ ਵਿਚਾਲੇ ਦੇ ਖੇਤਰਾਂ ਨੂੰ ਹੋਰ ਚਾਰ ਭਾਗਾਂ ਵਿੱਚ ਵੰਡਦੀ ਹੈ। ਰਾਵੀ ਅਤੇ ਬਿਆਸ, ਇਹ ਸਾਰਿਆਂ ਨੂੰ ਟਿਕ ਕਰ ਲਿਓ। ਰਾਵੀ ਅਤੇ ਬਿਆਸ ਵਿਚਾਲੇ ਖੇਤਰਾਂ ਨੂੰ ਬਾਰੀ ਦੁਆਬ ਜਾਂ ਮਾਝੇ ਦਾ ਮੈਦਾਨ ਕਿਹਾ ਜਾਂਦਾ ਹੈ। ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਭਾਗ ਨੂੰ ਬਿਸਤ, ਦੇਖੋ ਬੱਬਾ ਤੇ ਸੱਸੇ ਨੂੰ ਮਿਲਾ ਕੇ ਬਿਸਤ, ਰਾਰਾ ਤੇ ਬੱਬੇ ਨੂੰ ਮਿਲਾ ਕੇ ਬਾਰੀ। ਫਿਰ ਸਤਲੁਜ ਤੇ ਘੱਗਰ ਦੇ ਵਿਚਕਾਰਲੇ ਖੇਤਰ ਨੂੰ ਮਾਲਵੇ ਦਾ ਮੈਦਾਨ ਕਿਹਾ ਗਿਆ। ਫਿਰ ਘੱਗਰ ਦਰਿਆ ਤੇ ਯਮੁਨਾ ਦਰਿਆ ਨੂੰ ਹਰਿਆਣੇ ਦਾ ਮੈਦਾਨ ਕਿਹਾ ਗਿਆ। ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਫਿਰ ਹੈ ਥਾਰ ਮਾਰੂਥਲ। ਇਹਦੇ ਚ ਮੈਂ ਤੁਹਾਨੂੰ ਬਿਨਾ ਪੜੇ ਵੀ ਤੁਹਾਨੂੰ ਦੱਸਦੀ ਇੱਕ ਚੀਜ਼, ਥਾਰ ਮਾਰੂਥਲ ਚ ਬਹੁਤ ਗਰਮੀ ਹੈ। ਥਾਰ ਮਾਰੂਥਲ ਚ ਮਿੱਟੀ ਨਹੀਂ, ਰੇਤਾ ਪਾਇਆ ਜਾਂਦਾ ਹੈ। ਥਾਰ ਮਾਰੂਥਲ ਚ ਕੋਈ ਪੇੜ ਨਹੀਂ ਹੁੰਦੇ, ਜੇ ਹੋਣਗੇ ਤਾਂ ਜੰਡ, ਕਿੱਕਰ, ਅਕਾਸ਼ੀਆ, ਕੈਕਟਸ ਇਹ ਪਾਏ ਜਾਣਗੇ ਪੌਦੇ ਜਿਹੜੇ ਕੰਡੇਦਾਰ ਹੋਣਗੇ, ਜਿਨ੍ਹਾਂ ਦੇ ਜਿਹੜੇ ਪੱਤੇ ਹੈ ਉਹ ਮੋਟੇ ਹੋਣਗੇ ਤਾਂ ਕਿ ਵਾਸ਼ਪੀਕਰਨ ਨਾ ਹੋ ਸਕੇ। ਮੀਂਹ ਬਹੁਤ ਹੀ ਘੱਟ ਪੈਂਦਾ ਹੈ। ਇਹਦੇ ਵਿੱਚ ਇੱਕ ਹੋਰ ਚੀਜ਼ ਆਪਾਂ ਪੜਾਂਗੇ ਕਿ ਅਰਾਵਲੀ ਪਰਬਤ ਬਣੇ ਹੋਏ ਹਨ ਜੋ ਕਿ ਸਿੱਧੇ ਹਨ। ਸਿੱਧੇ ਹੋਣ ਕਰਕੇ ਕੀ ਹੁੰਦਾ ਹੈ, ਅਰਾਵਲੀ ਪਰਬਤ ਮੰਨ ਲਓ ਜਿਹੜੀਆਂ ਹਵਾਵਾਂ ਆਉਂਦੀਆਂ, ਅਰਾਵਲੀ ਪਰਬਤ ਬਣਿਆ, ਆ ਦੇਖੋ ਉਹਨੂੰ ਦੇਖ ਸਕਦੇ ਹੋ ਤੁਸੀਂ, ਆ ਬਣੇ। ਤੇ ਜਦੋਂ ਹਵਾਵਾਂ ਆਣਗੀਆਂ, ਹਵਾਵਾਂ ਇੰਜ ਲੰਘ ਜਾਂਦੀਆਂ ਹਨ, ਕਿਸੇ ਪਹਾੜ ਦੇ ਨਾਲ ਟਕਰਾਉਂਦੀਆਂ ਨਹੀਂ, ਟਕਰਾਣਗੀਆਂ ਤਾਂ ਮੀਂਹ ਪਾਣਗੀਆਂ, ਪੈਰਲਲ ਲੰਘ ਜਾਂਦੀਆਂ, ਇੱਥੇ ਮੀਂਹ ਨਹੀਂ ਪੈਂਦਾ। ਹੁਣ ਆਪਾਂ ਦੇਖੋ ਇਹਦੇ ਬਾਰੇ ਪੜ੍ਹਦੇ ਹਾਂ। ਪੰਜਾਬ ਅਤੇ ਹਰਿਆਣਾ ਦੇ ਖੇਤਰੀ ਦੱਖਣੀ ਖੇਤਰ ਦਾ ਖੁਸ਼ਕ ਅਤੇ ਪੱਧਰਾ ਮੈਦਾਨ ਜੋ ਕਿ ਗੁਜਰਾਤ ਦੀ ਕੱਛ ਦੀ ਖਾੜੀ ਤੱਕ ਫੈਲਿਆ ਹੋਇਆ ਹੈ ਨੂੰ ਥਾਰ ਦਾ ਮਾਰੂਥਲੀ ਮੈਦਾਨ ਆਖਦੇ ਹਨ। ਇਸ ਲਾਈਨ ਨੂੰ ਲਰਨ ਕਰਨਾ ਆਪਾਂ। ਫਿਰ ਮੈਂ ਤੁਹਾਨੂੰ ਅਰਾਵਲੀ ਪਰਬਤ ਬਾਰੇ ਦੱਸਿਆ ਸੀ, ਉਹ ਦੇਖੋ ਅਰਾਵਲੀ ਪਰਬਤ ਲੜੀ ਇਸ ਦੀ ਪੂਰਬੀ ਹੱਦ ਬਣਾਉਂਦਾ ਹੈ। ਵਰਖਾ ਦੀ ਕਮੀ ਕਰਕੇ ਸਾਰਾ ਖੇਤਰ ਖੁਸ਼ਕ ਹੈ। ਇੱਥੇ ਰੇਤ, ਦੇਖੋ ਮੈਂ ਤੁਹਾਨੂੰ ਦੱਸਿਆ ਨਾ, ਮਿੱਟੀ ਨਹੀਂ ਰੇਤ ਹੈ, ਟਿੱਲੇ ਪਾਏ ਜਾਂਦੇ ਹਨ, ਰੇਤ ਦੇ ਟਿੱਲੇ ਪਾਏ ਜਾਂਦੇ ਹਨ। ਬਾਰਮੇੜ ਜ਼ਿਲ੍ਹੇ ਦੇ ਇਹ ਰੇਤ ਲਹਿਰੀਆਂ ਅਤੇ ਟਿੱਲੇ 50 ਤੋਂ 100 ਮੀਟਰ ਦੀ ਉਚਾਈ ਤੱਕ ਦੇ ਹੁੰਦੇ ਹਨ। ਇਸ ਖੁਸ਼ਕ ਖੇਤਰ ਵਿੱਚ ਹਵਾ ਦਾ ਕਾਰਜ ਬਹੁਤ ਤੇਜ਼ ਹੁੰਦਾ ਹੈ, ਗਰਮ ਹਵਾ ਚੱਲਦੀ ਹੈ, ਲੋ ਚੱਲਦੀ ਹੈ। ਉਪਜਾਊ ਮੈਦਾਨ ਪਾਏ ਜਾਂਦੇ ਹਨ। ਕਹਿ ਜ਼ਰੂਰ ਦਿੱਤਾ ਇਹਨਾਂ ਨੂੰ ਰੋਹੀ ਆਖਦੇ ਹਨ, ਪਰ ਕੋਈ ਐਡੀ ਖਾਸ ਉਪਜਾਊ ਜ਼ਮੀਨ ਨਹੀਂ ਹੁੰਦੀ ਇੱਥੇ। ਇਹਨਾਂ ਨੇ ਪਤਾ ਨਹੀਂ ਉਂਝ ਲਿਖਤਾ, ਤੁਸੀਂ ਨਹੀਂ ਲਿਖਣਾ ਕੁਐਸਚਨ ਦੇ ਵਿੱਚ ਕਿ ਉਪਜਾਊ ਹੁੰਦੀ ਹੈ ਮਿੱਟੀ, ਰੋਹੀ ਹੁੰਦੀ ਹੈ। ਚਲੋ ਠੀਕ ਹੈ, ਰੋਹੀ ਏਰੀਆ ਪਾਇਆ ਜਾਂਦਾ ਹੈ। ਸਾਂਬਰ ਝੀਲ, ਦੇਖੋ ਇੱਥੇ ਝੀਲਾਂ ਹੁੰਦੀਆਂ ਜਿਹਨੂੰ ਇੰਗਲਿਸ਼ ਆਪਾਂ ਓਏਸਿਸ ਬੋਲਦੇ ਆ। ਮੰਨ ਲਓ ਕਿ ਜਿਹੜੇ ਥੋੜਾ ਬਹੁਤ ਪਾਣੀ ਦਾ ਏਰੀਆ, ਟਿੱਬਾ ਕੁਝ ਬਣਿਆ ਹੋਵੇ, ਉਹਨੂੰ ਓਏਸਿਸ ਬੋਲਿਆ ਜਾਂਦਾ ਹੈ। ਕਹਿੰਦੇ ਸਾਂਬਰ ਝੀਲ ਦੀ ਤਰ੍ਹਾਂ ਹੋਰ ਖਾਰੇ ਪਾਣੀ ਦੀਆਂ ਝੀਲਾਂ ਹਨ ਜਿਵੇਂ ਜਮੁਨਾ, ਰਾਮਗੰਗਾ, ਚੰਬਲ, ਬੇਤਵਾ, ਕਾਲੀ ਅਤੇ ਪਾਂਡੂ। ਇਹ ਨਾਮ ਯਾਦ ਰੱਖਣੇ ਹੈ, ਦੁਆਰਾ ਇਹ ਮੈਦਾਨ ਬਣਾਇਆ ਜਾਂਦਾ ਹੈ। ਇੱਥੇ ਆਪਾਂ ਝੀਲ ਜਾਂ ਪਾਣੀ ਦੀ ਗੱਲ ਇਸ ਕਰਕੇ ਕੀਤੀ ਹੈ ਕਿਉਂਕਿ ਆਪਾਂ ਮੈਦਾਨਾਂ ਦੀ ਗੱਲ ਕਰ ਰਹੇ ਹਾਂ। ਕੋਈ ਵੀ ਬਿਨਾ ਪਾਣੀ ਤੋਂ ਤਾਂ ਚੀਜ਼ ਹੋ ਨਹੀਂ ਸਕਦੀ, ਜਿਹੜੀ ਮਾੜੀ ਮੋਟਾ ਪਾਣੀ ਹੈ ਉਸ ਦੀ ਗੱਲ ਦੱਸੀ ਗਈ ਹੈ। ਫਿਰ ਇਹ ਗੰਗਾ ਦਾ ਮੈਦਾਨ ਜੋ ਬਹੁਤ ਉਪਜਾਊ ਹੈ। ਇਹ ਮੈਦਾਨ ਉੱਤਰ ਪ੍ਰਦੇਸ਼, ਬਿਹਾਰ ਤੱਕ ਫੈਲਿਆ ਹੋਇਆ ਹੈ। ਪੱਛਮ ਵਿੱਚ ਯਮੁਨਾ, ਪੂਰਬ ਵਿੱਚ ਬੰਗਲਾਦੇਸ਼, ਉੱਤਰ ਵਿੱਚ ਸ਼ਿਵਾਲਿਕ ਤੱਕ ਮੈਦਾਨ ਦਾ ਵਿਸਥਾਰ ਹੈ। ਸਮਝਦੇ ਹੋ ਨਾ ਇਹ ਵਿਸਥਾਰ ਦੀ ਕਿਵੇਂ ਗੱਲ ਕਰਦੇ ਹੈ ਕਿ ਯਮੁਨਾ ਨਦੀ ਪੱਛਮ ਵਿੱਚੋਂ ਲੰਘ ਰਹੀ ਹੈ, ਪੂਰਬ ਦੇ ਵਿੱਚੋਂ ਬੰਗਲਾਦੇਸ਼ ਹੈ, ਉੱਤਰ ਦੇ ਵਿੱਚ ਸ਼ਿਵਾਲਿਕ ਹੈ। ਤੁਹਾਨੂੰ ਮੈਂ ਦਿਖਾ ਵੀ ਦਿੰਨੀ ਆ, ਦੇਖੋ ਪੱਛਮ ਦੇ ਵਿੱਚ ਇਧਰੋਂ ਯਮੁਨਾ, ਫਿਰ ਉਸ ਤੋਂ ਬਾਅਦ ਪੂਰਬ ਦੇ ਵਿੱਚ ਬੰਗਲਾਦੇਸ਼, ਫਿਰ ਉੱਤਰ ਦੇ ਵਿੱਚ ਸ਼ਿਵਾਲਿਕ। ਆ ਸਾਰੇ ਏਰੀਆ ਨੂੰ ਡਿਸਕ੍ਰਾਈਬ ਕੀਤਾ ਹੈ। ਤੇ ਤੁਸੀਂ ਕਹੋਗੇ ਕਿ ਇਹਦੇ ਚੋਂ ਪਾਣੀ ਜਦੋਂ ਆਉਂਦਾ ਹੈ ਉੱਪਰੋਂ ਦੀ ਪਾਣੀ ਉਤਰਦਾ ਹੈ, ਜੋ ਉਹਦੇ ਨਾਲ ਮਿੱਟੀ ਕਣ ਹੁੰਦੇ ਸ਼ਿਵਾਲਿਕ ਦੇ ਪੈਰਾਂ ਦੇ, ਚਾਹੇ ਵੈਸੇ ਕੰਕਰ ਵੀ ਹੁੰਦੇ ਆ, ਉਹ ਸਾਰੇ ਉੱਥੇ ਜਮਾ ਹੋ ਜਾਂਦੇ ਹੈ। ਉਪਜਾਊ ਮਿੱਟੀ ਬਹੁਤ ਆਂਦੀ ਹੈ ਜਿਹਦੇ ਨਾਲ ਖੇਤੀਬਾੜੀ ਵੀ ਬਹੁਤ ਵਧੀਆ ਇਸ ਇਲਾਕੇ ਦੇ ਵਿੱਚ ਕੀਤੀ ਜਾਂਦੀ ਹੈ ਤੇ ਇਹ ਇਲਾਕਾ ਜਾਂ ਇਹ ਮੈਦਾਨ ਖੁਸ਼ਹਾਲ ਹੈ। ਬ੍ਰਹਮਪੁੱਤਰਾ ਦੇ ਮੈਦਾਨ, ਇਹਨਾਂ ਮੈਦਾਨਾਂ ਨੂੰ ਅਸਾਮ ਦੇ ਮੈਦਾਨ ਵੀ ਆਖਿਆ ਜਾਂਦਾ ਹੈ। ਬ੍ਰਹਮਪੁੱਤਰ, ਸੰਸਾਰੀ, ਦਿਬਾਂਗ ਅਤੇ ਲੋਹਿਤ ਦਰਿਆ ਇਹਨਾਂ ਦੇ ਪ੍ਰਮੁੱਖ ਦਰਿਆ ਹਨ। ਅੱਗੇ ਆਪਾਂ ਪੜਾਂਗੇ ਪ੍ਰਾਇਦੀਪੀ ਪਠਾਰ ਬਾਰੇ। ਹੁਣ ਪ੍ਰਾਇਦੀਪੀ ਪਠਾਰ ਕੀ ਹੈ? ਆ ਜਿਹੜਾ ਦੱਖਣੀ ਹਿੱਸਾ ਕੀਤਾ ਹੈ ਇਹਨੂੰ ਪ੍ਰਾਇਦੀਪੀ ਪਠਾਰ ਵੀ ਕਹਿੰਦੇ ਆ। ਇਹਨੂੰ ਪੈਨਿਨਸੂਲਾ ਮਤਲਬ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਵੇ ਉਹ ਹਿੱਸਾ ਹੈ। ਇਹ ਤਿਕੋਨਾ ਪ੍ਰਾਚੀਨ ਉੱਚਾ ਧਰਤ ਟੁਕੜਾ ਹੈ ਜਿਸ ਦੀ ਨੋਕ ਦੱਖਣ ਵੱਲ, ਦੱਖਣ ਨੀਚੇ ਹੈ ਨਾ ਕੰਨਿਆ ਕੁਮਾਰੀ, ਉੱਥੇ ਹੈ।
ਦੱਖਣੀ ਹਿੱਸਾ ਹਿੰਦ ਮਹਾਸਾਗਰ ਹੈ, ਪੂਰਬ ਵਿੱਚ ਬੰਗਾਲ ਦੀ ਖਾੜੀ ਹੈ, ਪੱਛਮ ਵਿੱਚ ਅਰਬ ਸਾਗਰ ਹੈ। ਹੁਣ ਮੈਂ ਸਟਾਰਟਿੰਗ 'ਚ ਹੀ ਦੱਸਤਾ ਸੀ। ਤਿੰਨ ਪਾਸਿਆਂ ਤੋਂ ਸਾਗਰ ਦੁਆਰਾ ਘਿਰੇ ਹੋਣ ਕਰਕੇ ਇਸ ਨੂੰ ਕੀ ਬੋਲਦੇ ਆ? ਪ੍ਰਾਇਦੀਪੀ ਪਠਾਰ। ਇਹਨੂੰ ਯਾਦ ਕਰਨਾ ਹੈ ਆਪਾਂ। ਅੱਗੇ ਹੈ ਦੋ ਭਾਗ ਵੰਡੇ ਹੋਏ ਇਹਦੇ ਵਿੱਚ, ਮਾਲਵੇ ਦੀ ਪਠਾਰ ਤੇ ਦੱਖਣੀ ਪਠਾਰ। ਮਤਲਬ ਮਾਲਵੇ ਦੀ ਪਠਾਰ ਮਤਲਬ ਆ ਜਿਹੜਾ ਹਿੱਸਾ ਹੈ ਉੱਪਰ ਤੁਸੀਂ ਦੇਖ ਸਕਦੇ ਹੋ ਯੈਲੋ, ਇਹ ਮਾਲਵੇ ਦੀ ਪਠਾਰ, ਥਲੜਾ ਦੱਖਣੀ ਪਠਾਰ। ਠੀਕ ਹੈ। ਇੱਕ ਚੀਜ਼ ਹੋਰ ਹੈ, ਦੱਖਣ ਦੇ ਵਿੱਚ ਬਹੁਤ ਜ਼ਿਆਦਾ ਮਾਈਨਸ ਪਾਈਆਂ ਜਾਂਦੀਆਂ, ਮਾਈਨਾਂ ਪਾਈਆਂ ਜਾਂਦੀਆਂ, ਉਸ ਬਾਰੇ ਵੀ ਆਪਾਂ ਪੜਾਂਗੇ ਕਿ ਕਿਹੜੇ ਕਿਹੜੇ ਗੋਲਡ, ਸਿਲਵਰ, ਬੌਕਸਾਈਟ, ਬਹੁਤ ਸਾਰੇ ਮੈਟਲਸ ਦੀ ਗੱਲ ਕਰਾਂਗੇ, ਉਹ ਵੀ ਇੱਥੇ ਪਾਏ ਜਾਂਦੇ ਹਨ। ਜੇ ਇਸ ਕਲਾਸ 'ਚ ਨਹੀਂ ਕਰਾਂਗੇ ਤਾਂ ਹੋ ਸਕਦਾ 7th ਦੇ ਵਿੱਚ ਹੋਣ। ਮਾਲਵੇ ਦੀ ਪਠਾਰ, ਇਸ ਪਠਾਰ ਦੇ ਪੱਛਮ ਵਿੱਚ ਅਰਾਵਲੀ ਪਰਬਤ, ਪੂਰਬ ਦੇ ਵਿੱਚ ਛੋਟਾ ਨਾਗਪੁਰ ਪਲੇਟੂ, ਛੋਟਾ ਨਾਗਪੁਰ, ਰਾਜ ਮਹਿਲ ਪਹਾੜੀਆਂ ਤੋਂ ਸ਼ਿਲੌਂਗ ਪਠਾਰ ਤੱਕ, ਅਤੇ ਦੱਖਣ ਦੇ ਵਿੱਚ ਸਤਪੁੜਾ ਪਹਾੜੀਆਂ ਹਨ। ਦੇਖੋ ਜੀ, ਸਤਪੁੜਾ ਪਹਾੜੀਆਂ ਆਈ ਦੇ ਦੱਖਣ ਦੀਆਂ, ਛੋਟਾ ਨਾਗਪੁਰ ਦਾ ਪਠਾਰ, ਇਧਰ ਮਾਲਵਾ, ਵਿੰਧਿਆ, ਸਤਪੁੜਾ। ਠੀਕ ਹੈ। ਇਹ ਜਿਵੇਂ ਅਰਾਵਲੀ ਪਰਬਤ ਲੜੀ ਕੀਤੀ ਸੀ ਉਵੇਂ ਵਿੰਧਿਆ ਤੇ ਸਤਪੁੜਾ ਹਨ। ਛੋਟਾ ਨਾਗਪੁਰ ਪਲੇਟੂ ਨੂੰ ਤੁਸੀਂ ਇੰਜ ਬਣਾ ਲਓਗੇ। ਇਹ ਛੋਟਾ ਨਾਗਪੁਰ ਪਲੇਟੂ ਵੀ ਬਹੁਤ ਇੰਪੋਰਟੈਂਟ ਹੈ। ਪਠਾਰ, ਮੈਂ ਪਲੇਟੂ ਬੋਲ ਰਹੀ ਹਾਂ, ਪਠਾਰ। ਅੱਗੇ ਹੈ ਦੱਖਣੀ ਪਠਾਰ। ਇਹ ਪਠਾਰ ਲਗਾਤਾਰ ਲਾਵਾ ਦੇ ਵਹਿਣ ਕਰਕੇ ਬਣਿਆ ਹੈ। ਇਹ ਲਗਭਗ 7 ਲੱਖ ਕਿਲੋਮੀਟਰ ਦਾ ਖੇਤਰ ਹੁੰਦਾ ਹੈ। ਇਸ ਦੀ ਢਲਾਨ ਉੱਤਰ ਪੱਛਮ ਤੋਂ ਦੱਖਣ ਪੂਰਬ ਹੈ। ਇਸ ਦੀ ਸਮੁੰਦਰੀ ਤਲ ਤੋਂ ਉਚਾਈ 300 ਤੋਂ 900 ਮੀਟਰ ਹੈ। ਮੌਸਮੀ ਦਰਿਆਵਾਂ ਨੇ ਇਸ ਨੂੰ ਬੁਰੀ ਤਰ੍ਹਾਂ ਕੱਟਿਆ ਵੱਢਿਆ ਹੈ। ਕਈ ਭੌਤਿਕ ਭਾਗਾਂ ਵਿੱਚ ਵੰਡਿਆ ਹੋਇਆ ਹੈ, ਜਿਵੇਂ ਕਿ ਪੱਛਮ ਵਿੱਚ ਪੱਛਮੀ ਘਾਟ ਅਤੇ ਪੂਰਬ ਵਿੱਚ ਪੂਰਬੀ ਘਾਟ। ਫਿਰ ਹੈ ਤੱਟ ਦੇ ਮੈਦਾਨ। ਤੱਟ ਦੇ ਮੈਦਾਨ ਆਪਣੇ ਦੋ ਤੱਟ ਬਣੇ ਹੋਏ ਹੈ, ਪੂਰਬੀ ਤੱਟ ਤੇ ਪੱਛਮੀ ਤੱਟ। ਦੱਖਣ ਪਠਾਰ ਤਿੰਨ ਪਾਸਿਆਂ ਦੇ ਤੋਂ ਦੋ ਲੰਬੇ ਨਿਮਨਵਰਤੀ ਤੱਟ ਦੇ ਮੈਦਾਨ, ਜਿਹੜੇ ਕਿ ਗੁਜਰਾਤ ਦੇ ਕੱਛ ਦੇ ਖੇਤਰ ਤੋਂ ਕੰਨਿਆ ਕੁਮਾਰੀ ਤੋਂ ਹੁੰਦੇ ਹੋਏ ਮਹਾਨਦੀ ਤੱਕ ਫੈਲੇ ਹੋਏ ਹਨ। ਤੱਟ ਦੇ ਇਹਨਾਂ ਮੈਦਾਨਾਂ ਵਿੱਚ ਬਹੁਤ ਭਿੰਨਤਾ ਪਾਈ ਜਾਂਦੀ ਹੈ, ਜਿਵੇਂ ਕਿ ਪੂਰਬੀ ਤੱਟ ਦੇ ਮੈਦਾਨ ਪੱਛਮ ਦੇ ਤੱਟ ਦੇ ਮੈਦਾਨਾਂ ਨਾਲੋਂ ਚੌੜੇ, ਜ਼ਿਆਦਾ ਨਮੀ ਭਰਪੂਰ ਹੁੰਦੇ ਹਨ। ਕਿਉਂਕਿ ਉੱਥੇ ਜਿਹੜੀਆਂ ਰਿਵਰਸ ਹੈ ਉਹ ਡਿੱਗਦੀਆਂ ਹਨ ਤੇ ਉਹ ਬਹੁਤ ਚੌੜੀਆਂ ਬਣ ਜਾਂਦੀਆਂ ਹਨ। ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਣ ਹੁੰਦੇ ਹਨ, ਮਿੱਟੀ ਦੇ ਕਣ ਹੁੰਦੇ ਹਨ, ਉਪਜਾਊ ਕਣ ਹੁੰਦੇ ਹਨ। ਦੇਖੋ ਜੀ, ਦੇਖ ਕੇ ਪਤਾ ਲੱਗ ਰਿਹਾ ਹੈ ਕਿ ਆ ਕਿੰਨੇ ਚੌੜੇ ਹੈ। ਠੀਕ ਹੈ। ਇਹ ਕਿਉਂ ਚੌੜੇ ਹੈ? ਕਿਉਂਕਿ ਜਿਹੜੀਆਂ ਰਿਵਰਸ ਹੈ, ਨਦੀਆਂ ਹਨ, ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਇੱਧਰ ਡਿੱਗਦੀਆਂ। ਡਿੱਗਣ ਕਰਕੇ ਜਿਹੜੇ ਧੂੜ ਕਣ ਮਿੱਟੀ, ਉਪਜਾਊ ਮਿੱਟੀ ਉਹਨਾਂ ਦੇ ਨਾਲ ਹੁੰਦੀ ਹੈ, ਉਹ ਇੱਥੇ ਹੀ ਬੈਠ ਜਾਂਦੀ ਹੈ ਤੇ ਇੱਥੇ ਉਹ ਡੈਲਟਾ ਬਣਾਉਂਦੇ ਹਨ। ਡੈਲਟਾ ਮਤਲਬ ਕੀ ਹੈ? ਜਦੋਂ ਕੋਈ ਚੀਜ਼ ਡਿੱਗੂਗੀ, ਜਿਵੇਂ ਮੰਨ ਲਓ ਆਪਾਂ ਟੇਬਲ ਤੋਂ ਵੀ ਕੋਈ ਚੀਜ਼ ਡੇਗ ਰਹੀ ਹੋਈਏ, ਇੱਥੇ ਜਿਹੜੀ ਚੀਜ਼ ਅੜਕ ਜੂਗੀ ਤਾਂ ਪਾਣੀ ਕਿਸ ਸ਼ੇਪ 'ਚ ਜਾਊਗਾ? ਇੰਜ ਜਾਊਗਾ। ਤੇ ਕੋਨੀ ਸ਼ੇਪ 'ਚ ਜਾਊਗਾ ਤਾਂ ਉੱਥੇ ਇਹ ਇੱਕ ਡੈਲਟਾ ਬਣ ਜਾਂਦੇ ਹੈ। ਦੇਖੋ ਇੱਥੇ ਡੈਲਟਾ ਬਣ ਜਾਣਗੇ ਜਿੱਥੇ ਜਿੱਥੇ ਰਿਵਰਸ ਹੈ, ਤੇ ਜਿਹਦੇ ਕਰਕੇ ਇਹ ਤੱਟ, ਪੂਰਬੀ ਤੱਟ ਹੈ ਜਿਹੜੇ, ਉਹ ਬਹੁਤ ਚੌੜੇ ਹੁੰਦੇ ਹਨ। ਅੱਗੇ ਦੇਖੋ ਪੂਰਬੀ ਤੱਟ ਦੇ ਮੈਦਾਨ ਦੇ ਪੂਰਬ ਵਿੱਚ ਬੰਗਾਲ ਦੀ ਖਾੜੀ, ਪੱਛਮ ਵਿੱਚ ਪੂਰਬੀ ਘਾਟ ਹਨ। ਪੂਰਬੀ ਤੱਟ ਦੇ ਮੈਦਾਨ ਪੱਛਮੀ ਤੱਟ ਦੇ ਮੈਦਾਨਾਂ ਨਾਲੋਂ ਜ਼ਿਆਦਾ ਚੌੜੇ, ਉੱਚੇ ਤੇ ਬੰਜਰ ਹਨ। ਬੰਜਰ ਤਾਂ ਨਹੀਂ ਹੁੰਦੇ, ਬੰਜਰ ਨਹੀਂ ਆਪਾਂ ਕਹਿ ਸਕਦੇ, ਉਪਜਾਊ ਹੁੰਦੀ ਹੈ ਜ਼ਮੀਨ, ਕਿਉਂਕਿ ਡੈਲਟੇ ਦੀ ਮਿੱਟੀ ਉੱਥੇ ਜਮਾ ਹੋ ਜਾਂਦੀ ਹੈ। ਬਹੁਤ ਵੱਡੀਆਂ ਝੀਲਾਂ ਵੀ ਹੁੰਦੀਆਂ ਹਨ, ਇਹ ਬਹੁਤ ਵਧੀਆ ਹੁੰਦੇ ਹਨ। ਪਰ ਪੂਰਬ ਦੇ ਮੈਦਾਨਾਂ ਨਾਲੋਂ ਘੱਟ ਚੌੜੇ ਹੁੰਦੇ ਹਨ, ਉਹ ਪੱਛਮੀ ਤੱਟ ਹੁੰਦੇ ਹਨ। ਕਿਉਂਕਿ ਇਹ ਐਸਟਰੀਜ਼ ਬਣਾਉਂਦੇ ਆ। ਐਸਟਰੀ ਆਪਾਂ ਪੜਾਂਗੇ ਵੱਡੀ ਕਲਾਸ 'ਚ ਜਾ ਕੇ। ਇਹ ਡੈਲਟਾ ਬਣਾਉਂਦੇ ਹਨ, ਇਹ ਐਸਟਰੀ ਬਣਾਉਂਦੇ ਹਨ। ਇਹਨਾਂ ਦੇ ਵਿੱਚ ਜਿਹੜੀ ਨਰਮਦਾ, ਤਾਪੀ ਡਿੱਗਦੀਆਂ ਨਦੀਆਂ, ਉਹ ਬਹੁਤ ਤੇਜ਼ ਹੁੰਦੀਆਂ ਹਨ ਤੇ ਛੋਟੀਆਂ ਹੁੰਦੀਆਂ ਹਨ, ਜਿਹਦੇ ਕਰਕੇ ਉਹਨਾਂ 'ਚ ਜ਼ਿਆਦਾ ਮਿੱਟੀ ਨਹੀਂ ਹੁੰਦੀ ਤੇ ਸਿੱਧੀਆਂ ਡਿੱਗ ਜਾਂਦੀਆਂ ਹਨ। ਜੋ ਉਹਦੀ ਮਿੱਟੀ ਖਾਣ ਹੁੰਦੀ ਹੈ ਨਾਲ ਲੈ ਕੇ ਡਿੱਗ ਜਾਂਦੀਆਂ ਹਨ। ਇਸ ਕਰਕੇ ਇਹਨਾਂ ਤੇ ਮਿੱਟੀ ਜ਼ਿਆਦਾ ਨਹੀਂ ਜੰਮਦੀ ਤੇ ਇਹ ਜ਼ਿਆਦਾ ਚੌੜੇ ਨਹੀਂ ਹੁੰਦੇ। ਲਾਸਟ ਹੈ ਭਾਰਤੀ ਦੀਪ ਅਤੇ ਟਾਪੂ। ਭਾਰਤ ਦਾ ਮੁੱਖ ਧਰਤ ਭਾਗ ਦੇ ਨਾਲ-ਨਾਲ ਸਮੁੰਦਰ ਵਿੱਚ ਸਥਿਤ ਕਈ ਦੀਪਾਂ ਤੇ ਵੀ ਅਧਿਕਾਰ ਹੈ। ਭਾਰਤ ਦਾ ਲਗਭਗ 667 ਟਾਪੂਆਂ ਤੇ ਅਧਿਕਾਰ ਹੈ। ਸਥਿਤੀ ਦੇ ਆਧਾਰ ਤੇ ਇਹਨਾਂ ਟਾਪੂਆਂ ਨੂੰ ਦੋ ਵਰਗਾਂ ਵਿੱਚ ਵੰਡਿਆ ਹੋਇਆ ਹੈ, ਤਟ ਤੋਂ ਦੂਰ ਦੇ ਦੀਪ ਤੇ ਤਟ ਤੋਂ ਨੇੜਲੇ ਦੀਪ। ਅਰਬ ਸਾਗਰ ਦੇ ਦੀਪ ਸਮੂਹ ਤੇ ਬੰਗਾਲ ਦੀ ਖਾੜੀ ਦੇ ਦੀਪ ਸਮੂਹ। ਅਰਬ ਸਾਗਰ ਦੇ ਦੀਪ ਸਮੂਹ ਦੇਖੋ ਕਿਹੜੇ ਹੈ। ਦੱਖਣੀ ਪੂਰਬੀ ਅਰਬ ਸਾਗਰ ਵਿੱਚ ਪ੍ਰਵਾਲ ਭੀਤੀਆਂ ਦੇ ਜਮਾਂ ਨਾਲ ਬਣੇ ਇਹਨਾਂ ਦੀਪਾਂ ਨੂੰ ਲਕਸ਼ਦੀਪ ਵੀ ਕਿਹਾ ਜਾਂਦਾ ਹੈ। ਇਹਨਾਂ ਦੀ ਸੰਖਿਆ 25 ਹੈ। ਇਸ ਦੀਪ ਸਮੂਹ ਦੇ 3 ਪ੍ਰਮੁੱਖ ਹਿੱਸੇ ਹਨ। ਉੱਤਰੀ ਹਿੱਸੇ ਵਿੱਚ ਦੀਪਾਂ ਦਾ ਨਾਮ ਅਮੀਨੀ ਦੀਵੀ, ਮੱਧਵਰਤੀ ਮਤਲਬ ਲਕਸ਼ਦੀਪ, ਫਿਰ ਮਿਨੀ ਕੋਈ। ਇਹਨੂੰ ਯਾਦ ਕਰਨੇ ਹੈ, ਇਹ ਤਿੰਨੇ ਨਾਮ ਤੁਸੀਂ ਬਾय ਹਾਰਟ ਕਰਨੇ ਹੈ। ਅਮੀਨੀ ਦੀਵੀ, ਅਮੀਨ ਦੀਪ ਲਿਖਿਆ ਤੇ ਲਕਸ਼ਦੀਪ ਤੇ ਮਿਨੀ ਕੋਈ।
ਇਹ ਇਹਨਾਂ ਦੇ ਸਮੂਹ ਹਨ, ਦੀਪ ਸਮੂਹ ਹਨ। ਫਿਰ ਬੰਗਾਲ ਦੀ ਖਾੜੀ ਦੇ ਦੀਪ ਸਮੂਹ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਵਿੱਚ ਕੁਝ ਦੀਪ ਜਵਾਲਾ ਮੁਖੀ ਲਾਵੇ ਕਰਕੇ ਬਣੇ ਹੋਏ ਹਨ। ਲਾਈਨ ਟਿਕ ਕਰੋ। ਕੁਝ ਦੀਪ ਡੁੱਬੀਆਂ ਹੋਈਆਂ ਪਹਾੜੀਆਂ ਦੀਆਂ ਚੋਟੀਆਂ ਦੇ ਉੱਚੇ ਉੱਚੇ ਭਾਗ ਹਨ। ਇਹਨਾਂ ਦੀਪਾਂ ਤੇ ਵੀ 3 ਵੱਡੇ ਹਿੱਸੇ ਹਨ, ਅੰਡੇਮਾਨ ਦੀਪ ਸਮੂਹ, ਨਿਕੋਬਾਰ ਅਤੇ ਹੋਰ ਦੂਸਰੇ ਨਾਲ ਲੱਗਦੇ ਸਮੂਹ। ਅੰਡੇਮਾਨ ਦੇ ਵਿੱਚ ਦੀਪਾਂ ਦੀ ਸੰਖਿਆ 120, ਨਿਕੋਬਾਰ ਦਾ ਇੰਦਰਾ ਪੁਆਇੰਟ ਦੀਪ ਸਮੂਹ ਭਾਰਤ ਦੀ ਦੱਖਣੀ ਸੀਮਾ ਬਿੰਦੂ ਹੈ। ਲਾਈਨ ਟਿਕ ਕਰ ਲਓ। ਫਿਰ ਹੈ ਤੱਟ ਦੇ ਨੇੜਲੇ ਦੀਪ। ਹੋਰ ਕਿਹੜੇ ਕਿਹੜੇ ਦੀਪ ਹੈ? ਜਿਵੇਂ ਗੰਗਾ ਦੇ ਡੈਲਟੇ ਦੇ ਨੇੜੇ ਸਾਗਰ ਵਿੱਚ ਸ਼ਾਰਟ, ਵਹੀਰਲ, ਨਿਊਮੂਰ ਆਦਿ ਦੇ ਦੀਪ ਮਿਲਦੇ ਹਨ। ਕੁਝ ਦੀਪ ਤਾਮਿਲਨਾਡੂ ਦੇ ਤੱਟ ਤੇ ਮਿਲਦੇ ਹਨ। ਗੁਜਰਾਤ ਦੇ ਤੱਟ ਤੇ ਪਾਸਦਿਊ ਜਿਹੇ ਵੱਡੇ ਦੀਪ ਸਥਿਤ ਹਨ। ਖੰਬਾਤ ਅਤੇ ਕੱਛ ਦੀਆਂ ਖਾੜੀਆਂ ਵਿੱਚ ਵੀ ਬਹੁਤ ਵੱਖੋ ਵੱਖਰੇ ਆਕਾਰ ਦੇ ਦੀਪ ਮਿਲਦੇ ਹਨ। ਉਸ ਤੋਂ ਬਾਅਦ ਯਾਦ ਰੱਖਣ ਯੋਗ ਚੀਜ਼ਾਂ ਹੈ ਜਿਹੜੀਆਂ ਇੰਪੋਰਟੈਂਟ ਆਪਾਂ ਚੱਕੀਆਂ ਸੀ ਕਿ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ, ਆਬਾਦੀ ਦੇ ਤੌਰ ਤੇ, ਖੇਤਰਫਲ ਦੇ ਤੌਰ ਤੇ ਆਪਣੀ ਕੀ ਪੋਜੀਸ਼ਨ ਹੈ, ਰਾਜਾਂ ਦੇ ਬਾਰੇ ਦੱਸਿਆ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਉਹਦਾ ਵਿਸਥਾਰ ਤੇ ਲੰਬਕਾਰ, ਅਕਸ਼ਾਂਸ਼ ਤੇ ਦਸ਼ਾਂਤਰ ਦੀ ਸਿਚੁਏਸ਼ਨ ਦੱਸੀ ਹੈ ਭਾਰਤ ਦੀ। ਫਿਰ ਦੱਸਾਂਗੇ ਕਰਕ ਰੇਖਾ ਬਿਲਕੁਲ ਵਿਚਾਲੋਂ ਕੱਟਦੀ ਹੈ। ਫਿਰ ਆਪਾਂ ਉੱਤਰੀ ਅਰਧ ਗੋਲੇ ਦੇ ਵਿੱਚ ਹੈ, ਆਪਣੇ 28 ਰਾਜ ਤੇ 8 ਕੇਂਦਰੀ ਸ਼ਾਸਤ ਪ੍ਰਦੇਸ਼ ਹਨ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਹੈ। ਇਹ ਚੈਪਟਰ ਬਹੁਤ ਇੰਪੋਰਟੈਂਟ ਹੈ। ਤੁਸੀਂ ਘਰੇ ਜਾ ਕੇ ਦੁਬਾਰਾ ਇਸ ਨੂੰ ਰੀਡ ਕਰਨਾ ਹੈ ਤੇ ਇਸ ਨੂੰ ਸਮਝਣਾ ਹੈ। ਥੈਂਕ ਯੂ ਆਲ।